नमस्कार साथियों। रीड ਦੇ ਲੈਵਲ 1 ਅਤੇ ਲੈਵਲ 2 ਦੇ ਅੰਦਰ ਪੰਜਾਬੀ ਲੈਂਗੁਏਜ ਸੈਕਿੰਡ ਦੇ ਅੰਦਰ ਇੱਕ ਅਣਡਿੱਠੇ ਕਾਵੀ ਟੋਟੇ ਤੋਂ ਸੰਬੰਧਿਤ ਆਪਣੇ ਟੌਪਿਕ ਚੱਲ ਰਹੇ ਸੀ, ਜਿਸ ਦੇ ਅੰਦਰ ਆਪਾਂ ਕਵਿਤਾ ਸਾਹਿਤ ਰੂਪ ਦੇ ਬਾਰੇ ਪੜ੍ਹ ਰਹੇ ਸੀ ਤੇ ਉਸ ਦੇ ਤੱਤਾਂ ਦੇ ਬਾਰੇ ਹੁਣ ਤੱਕ ਆਪਾਂ ਜਿੰਨੇ ਵੀ ਤੱਤ ਦੇਖ ਚੁੱਕੇ ਹਾਂ ਉਹਨਾਂ ਦੇ ਅੰਦਰੋਂ ਦੋ ਬਚੇ ਨੇ, ਇੱਕ ਅਲੰਕਾਰ ਤੇ ਦੂਸਰੀ ਰਸ। ਅੱਜ ਦੀ ਇਸ ਕਲਾਸ ਦੇ ਅੰਦਰ ਆਪਾਂ ਕਵਿਤਾ ਦੇ ਜਿਹੜੇ ਦੋ ਅਹਿਮ ਤੱਤ ਨੇ ਜਿਨ੍ਹਾਂ ਦੇ ਅੰਦਰ ਇੱਕ ਅਲੰਕਾਰ ਆ ਜਾਂਦਾ ਹੈ ਤੇ ਦੂਸਰਾ ਤੱਤ, ਇਹਨਾਂ ਦੇ ਬਾਰੇ ਗੱਲ ਕਰਨੀ ਹੈ। ਬਾਕੀ ਤੱਤਾਂ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਇਸ ਤੋਂ ਬਾਅਦ ਵੀ ਮੈਂ ਆਪ ਨੂੰ ਕਵਿਤਾ ਦੇ ਲਈ ਇੱਕ ਹੋਰ ਵੀਡੀਓ ਲੈ ਕੇ ਆਵਾਂਗਾ, ਜਿਸ ਦੇ ਅੰਦਰ ਆਪ ਦੇ ਨੂੰ ਹੋਰ ਸੁਖਾਲਾ ਬਣਾਉਣ ਦੇ ਲਈ, ਹੋਰ ਸਹਿਜ ਤਰੀਕੇ ਨਾਲ ਸਮਝਣ ਦੇ ਲਈ ਇਸ ਟੌਪਿਕ ਨੂੰ ਮੈਂ ਹੋਰ ਦੁਬਾਰਾ ਤੋਂ ਰਿਵਾਈਜ਼ ਕੀਤਾ ਹੈ। ਤਾਂ ਉਹ ਸਾਥੀਓ, ਅੱਜ ਆਪਾਂ ਗੱਲ ਕਰਦੇ ਹਾਂ ਕਵਿਤਾ ਦਾ ਅਹਿਮ ਤੱਤ ਅਲੰਕਾਰ ਹੈ ਜਿਹੜਾ, ਉਸ ਦਾ ਕੀ ਰੋਲ ਹੈ ਤੇ ਉਹ ਕੀ ਹੈ। ਸਭ ਤੋਂ ਪਹਿਲੇ ਤਾਂ ਆਪਾਂ ਅਲੰਕਾਰ ਦੀ ਗੱਲ ਕਰਨੀ ਹੈ। ਜਿਹੜੇ ਮੇਰੇ ਸਾਥੀਆਂ ਨੇ ਅਲੰਕਾਰ ਦੇ ਬਾਰੇ ਟੌਪਿਕ ਨਹੀਂ ਦੇਖੇ, ਆਪਦੇ ਸਿਲੇਬਸ ਦੇ ਅੰਦਰ ਇੱਕ ਅਲੰਕਾਰ ਦਾ ਟੌਪਿਕ ਵੀ ਹੈ, ਤਾਂ ਉਹ ਚੈਨਲ ਦੀ ਪਲੇਲਿਸਟ ਦੇ ਅੰਦਰ ਅਵੇਲੇਬਲ ਨੇ। ਉੱਥੇ ਆਪ ਨੂੰ ਕੰਪਲੀਟ ਅਲੰਕਾਰ ਨੇ ਜੋ ਸਿਲੇਬਸ ਦੇ ਅੰਦਰ ਆਪਦੇ ਦਿੱਤੇ ਗਏ ਹੈ ਉਹ ਮਿਲਣ ਵਾਲੇ ਨੇ। ਰਸ ਦੇ ਵੀ ਨੇ, ਛੰਦ ਦੇ ਵੀ ਨੇ, ਉਹ ਦੇਖ ਸਕਦੇ ਨੇ। ਉਹ ਦੇਖਣੇ ਜ਼ਰੂਰੀ ਹੈ ਕਿਉਂਕਿ ਅਲੰਕਾਰ ਕੀ ਨੇ ਤੇ ਇਸ ਦੀ ਪਹਿਚਾਣ ਕਿਵੇਂ ਕਰੀਏ, ਇਹ ਉਸੇ ਦੇ ਅੰਦਰ ਹੀ ਪਤਾ ਚੱਲ ਸਕਦਾ ਹੈ। ਪਰ ਇੱਥੇ ਆਪਾਂ ਕਵਿਤਾ ਦੇ ਤੱਤ ਜਿਹੜਾ ਅਲੰਕਾਰ ਆ ਉਸ ਦੇ ਬਾਰੇ ਹੀ ਆਪਾਂ ਗੱਲ ਕਰਨੀ ਹੈ। ਤੱਤ ਕਹਿ ਲਓ ਜਾਂ ਫਿਰ ਅੰਗ ਕਹਿ ਲਓ। ਅਲੰਕਾਰ ਦਾ ਅਰਥ, ਇਸ ਨੂੰ ਆਪਾਂ ਕੀ ਕਹਿੰਦੇ, ਗਹਿਣਾ ਜਾਂ ਫਿਰ ਸਜਾਵਟ। ਯਾਨੀ ਜਿਸ ਤਰੀਕੇ ਨਾਲ ਇੱਕ ਇਨਸਾਨ ਆਪਣੇ ਆਪ ਨੂੰ ਸੁੰਦਰ ਦਿਖਾਉਣ ਦੇ ਲਈ, ਇੱਕ ਖੂਬਸੂਰਤ ਦਿਖਾਉਣ ਦੇ ਲਈ ਉਹ ਗਹਿਣੇ ਪਹਿਨਦਾ ਹੈ, ਆਪਣੀ ਸਜਾਵਟ ਕਰਦਾ ਹੈ ਕਿ ਉਹ ਦੂਜਿਆਂ ਨੂੰ ਹੋਰ ਸੋਹਣਾ ਦਿਖੇ, ਤਾਂ ਠੀਕ ਉਸੇ ਤਰੀਕੇ ਨਾਲ ਕਵੀ ਹੈ ਉਹ ਆਪਣੀ ਕਵਿਤਾ ਦੇ ਅੰਦਰ ਸ਼ਬਦ ਵਰਤਦਾ ਹੈ, ਕੁਝ ਧੁਨੀਆਂ ਵਰਤਦਾ ਹੈ। ਉਹ ਇਸ ਪ੍ਰਕਾਰ ਦੀਆਂ ਸ਼ਬਦ ਧੁਨੀਆਂ ਹੁੰਦੀਆਂ ਨੇ ਕਿ ਉਹ ਕਵਿਤਾ ਨੂੰ ਹੋਰ ਸੁੰਦਰਤਾ ਪ੍ਰਦਾਨ ਕਰਦੀਆਂ ਨੇ, ਕਵਿਤਾ ਨੂੰ ਹੋਰ ਸੁੰਦਰ ਬਣਾ ਦਿੰਦੀਆਂ ਨੇ, ਖੂਬਸੂਰਤੀ ਬਖਸ਼ਦੀਆਂ ਨੇ। ਉਹਨਾਂ ਨੂੰ ਆਪਾਂ ਅਲੰਕਾਰ ਆਖਦੇ ਹਾਂ। ਅਲੰਕਾਰ ਅਜਿਹੇ ਸ਼ਬਦ ਰੂਪੀ ਗਹਿਣੇ ਹਨ ਜਿਹੜੇ ਕਵਿਤਾ ਦੀ ਸਜਾਵਟ ਕਰਕੇ ਇਸ ਦੇ ਪ੍ਰਭਾਵ ਨੂੰ ਵਧਾਉਂਦੇ ਨੇ। ਯਾਨੀ ਇਸ ਦੀ ਸਜਾਵਟ ਵੀ ਕਰਦੇ ਨੇ ਤੇ ਇਸ ਦਾ ਪ੍ਰਭਾਵ, ਸਜਾਵਟ ਹੋਏਗੀ ਤਾਂ ਪ੍ਰਭਾਵ ਤਾਂ ਵਧੇਗਾ ਹੀ, ਇਸ ਦੇ ਅੰਦਰ ਤਾਂ ਕੋਈ ਦੋ ਰਾਏ ਨਹੀਂ। ਤੇ ਕਵਿਤਾ ਦੇ ਅੰਦਰ ਅਲੰਕਾਰ ਕਵੀ ਵਰਤ ਲੈਂਦਾ ਹੈ ਤਾਂ ਇਹ ਸਮਝੋ ਕਿ ਉਸਨੇ ਆਪਣੀ ਕਵਿਤਾ ਨੂੰ ਚਾਰ ਚੰਨ ਲਗਾਉਣ ਦੇ ਲਈ ਜ਼ਰੂਰੀ ਸਾਜੋ ਸਮਾਨ ਸੀ ਉਹ ਉਸ ਦੇ ਅੰਦਰ ਰੱਖ ਦਿੱਤਾ ਹੈ। ਕਵਿਤਾ ਵਿੱਚ ਕਈ ਅਲੰਕਾਰਾਂ ਦੀ ਘਾਟ ਸ਼ਬਦਾਂ ਰਾਹੀਂ ਹੈ। ਕਵਿਤਾ ਵਿੱਚ ਕਵੀ ਵਰਨਾਂ, ਧੁਨੀਆਂ, ਸ਼ਬਦਾਂ, ਵਾਕਾਂ ਤੇ ਮੁਹਾਵਰਿਆਂ ਨੂੰ ਅਜਿਹੇ ਢੰਗ ਨਾਲ ਜੜਦਾ ਅਤੇ ਰੱਖਦਾ ਹੈ ਕਿ ਉਹ ਇੱਕ ਸੂਝ ਪੈਦਾ ਕਰਦੇ ਨੇ। ਯਾਨੀ ਆਪਾਂ ਇਹ ਕਹਿ ਸਕਦੇ ਹਾਂ ਕਿ ਕਵੀ ਕੀ ਕਰਦਾ ਹੈ, ਜਦੋਂ ਆਪਣੀ ਕਵਿਤਾ ਦੇ ਅੰਦਰ ਅਲੰਕਾਰਾਂ ਦੀ ਵਰਤੋਂ ਕਰਦਾ ਹੈ ਤਾਂ ਉਹ ਅਸਲ ਦੇ ਅੰਦਰ ਤਿੰਨ ਪ੍ਰਕਾਰ ਨਾਲ ਕਰ ਸਕਦਾ ਹੈ। ਇੱਕ ਤਾਂ ਹੈ ਸ਼ਬਦ ਅਲੰਕਾਰ, ਇੱਕ ਅਰਥ ਅਲੰਕਾਰ ਤੇ ਤੀਸਰਾ ਆ ਜਾਂਦਾ ਸ਼ਬਦਾਰਥ ਅਲੰਕਾਰ। ਸ਼ਬਦ ਅਲੰਕਾਰ ਯਾਨੀ ਸ਼ਬਦਾਂ ਦੇ ਰਾਹੀਂ ਉਹ ਆਪਣੀ ਕਵਿਤਾ ਦੇ ਅੰਦਰ ਅਲੰਕਾਰ ਵਰਤਦਾ ਹੈ। ਅਰਥ ਅਲੰਕਾਰ ਯਾਨੀ ਅਰਥਾਂ ਦੇ ਮਾਰਫਤ ਆਪਣੀ ਕਵਿਤਾ ਦੇ ਅੰਦਰ ਕਵੀ ਹੈ ਜਿਹੜਾ ਉਹ ਅਲੰਕਾਰ ਦੀ ਵਰਤੋਂ ਕਰਦਾ ਹੈ। ਤੇ ਤੀਸਰਾ ਆ ਜਾਂਦਾ ਸ਼ਬਦਾਰਥ ਅਲੰਕਾਰ, ਯਾਨੀ ਇਹ ਉਹ ਅਲੰਕਾਰ ਹੁੰਦਾ ਹੈ ਜਿਸ ਦੇ ਮਾਰਫਤ ਕਵੀ ਕਈ ਵਾਰ ਸ਼ਬਦਾਂ ਨੂੰ ਤੇ ਕਈ ਵਾਰ ਸ਼ਬਦਾਂ ਦੇ ਅਰਥਾਂ ਨੂੰ ਆਧਾਰ ਬਣਾ ਕੇ ਆਪਣੀ ਕਵਿਤਾ ਨੂੰ ਹੋਰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਚਮਤਕਾਰੀ ਪ੍ਰਭਾਵ ਦੇ ਅੰਦਰ ਜੜਨ ਦੇ ਅੰਦਰ ਕਾਮਯਾਬ ਹੁੰਦਾ ਹੈ। ਇਹ ਚਮਤਕਾਰੀ ਸੂਝ ਹੀ ਅਲੰਕਾਰ ਨੇ। ਇਹ ਜਿਹੜੀ ਉਸ ਨੂੰ ਚਮਤਕਾਰੀ ਇੱਕ ਪ੍ਰਭਾਵ ਪੈਦਾ ਕਰਵਾ ਰਹੇ ਨੇ ਜਿਹੜੇ ਸ਼ਬਦ, ਉਹਨਾਂ ਨੂੰ ਹੀ ਆਪਾਂ ਅਲੰਕਾਰ ਕਹਿ ਰਹੇ ਹਾਂ। ਕਈ ਵਾਰ ਕਵੀ ਅਜਿਹੀ ਗੱਲ ਕਰਦਾ ਹੈ ਜਿਸ ਦੇ ਅਰਥਾਂ ਵਿੱਚ ਹੀ ਸੂਝ ਸੁਪਨ ਹੁੰਦਾ ਹੈ, ਹੋ ਜਾਂਦਾ ਹੈ। ਯਾਨੀ ਕਵੀ ਤੁਸੀਂ ਅਕਸਰ ਦੇਖਿਆ ਹੋਏਗਾ ਕਿ ਕਈ ਵਾਰ ਆਪਾਂ ਇਸ ਪ੍ਰਕਾਰ ਦੇ ਸ਼ਬਦ ਵਰਤਦੇ ਹਾਂ ਕਿ ਉਸ ਦਾ ਅਰਥ ਹੈ ਜਿਹੜਾ ਉਹ ਇੰਨਾ ਸੁੰਦਰ ਹੁੰਦਾ ਹੈ ਕਿ ਉਹ ਸਾਹਮਣੇ ਵਾਲਾ ਤੁਰੰਤ ਸਮਝ ਜਾਂਦਾ ਹੈ ਕਿ ਬਈ ਇਹ ਕੀ ਕਹਿ ਰਿਹਾ, ਕਿਸ ਵੱਲ ਇਸ਼ਾਰਾ ਕਰ ਰਿਹਾ, ਇਹਦਾ ਮਤਲਬ ਕੀ ਹੈ। ਇਸ ਤਰ੍ਹਾਂ ਕਵਿਤਾ ਵਿੱਚ ਸ਼ਬਦ ਦੇ ਅਲੰਕਾਰ ਤੇ ਅਰਥਾਂ ਦੇ ਅਲੰਕਾਰ ਹੁੰਦੇ ਨੇ। ਮੋਹਨ ਸਿੰਘ ਦੀ ਕਵਿਤਾ ਬੱਚਾ ਦਾ ਇੱਕ ਬੰਦ। ਮੋਹਨ ਸਿੰਘ ਦੀ ਕਵਿਤਾ ਜੋ ਬੱਚਾ ਹੈ ਉਸ ਦੇ ਅੰਦਰੋਂ ਇੱਕ ਕਾਵੀ ਬੰਦ ਲਿਆ ਗਿਆ ਹੈ ਜਿਸ ਦੇ ਅੰਦਰ ਆਪਾਂ ਨੂੰ ਇਹ ਅਰਥ ਅਲੰਕਾਰ ਦਾ ਉਦਾਹਰਨ ਪੇਸ਼ ਹੋਇਆ ਹੈ। ਬੱਚੇ ਜਿਹਾ ਨਾ ਮੇਵਾ ਡਿੱਠਾ, ਜਿੰਨਾ ਕੱਚਾ ਓਨਾ ਮਿੱਠਾ। ਇਹ ਇੱਕ ਅਸੀਂ ਕਹਾਂਗੇ ਕਿ ਮੋਹਨ ਸਿੰਘ ਦੀ ਕਵਿਤਾ ਦੀ ਇੱਕ ਤੁਕ ਹੈ ਜਿਸ ਦੇ ਅੰਦਰ ਬੱਚੇ ਦੇ ਬਾਰੇ ਉਸਨੇ ਇਹ ਇੱਕ ਅਲੰਕਾਰ ਵਰਤਿਆ ਹੈ।
ਆਮ ਤੌਰ ਤੇ ਕੱਚੇ ਮੇਵੇ ਮਿੱਠੇ ਨਹੀਂ ਹੁੰਦੇ, ਪਰ ਕਵੀ ਨੇ ਇਸ ਤੋਂ ਉਲਟ ਗੱਲ ਕਰਕੇ ਵਿਰੋਧ ਪੈਦਾ ਕਰ ਦਿੱਤਾ ਹੈ। ਆ ਦੇਖੋ ਹੈ ਨਾ, ਬੱਚਾ ਜਿਹਾ ਨਾ ਮੇਵਾ ਡਿੱਠਾ, ਯਾਨੀ ਬੱਚੇ ਵਰਗਾ ਕੋਈ ਵੀ ਫਲ ਨਹੀਂ ਹੈ। ਜਿੰਨਾ ਕੱਚਾ ਉਨਾ ਮਿੱਠਾ, ਯਾਨੀ ਜਿੰਨਾ ਹੀ ਉਹ ਕੱਚਾ ਹੋਏਗਾ ਉਨਾ ਹੀ ਮਿੱਠਾ ਹੋਏਗਾ। ਯਾਨੀ ਛੋਟੇ ਛੋਟੇ ਬੱਚੇ ਸਾਨੂੰ ਬਹੁਤ ਸੋਹਣੇ ਲੱਗਦੇ ਨੇ। ਤਾਂ ਇਹ ਅਲੰਕਾਰਿਕ ਪ੍ਰਭਾਵ ਸ਼ਬਦਾਵਲੀ ਦਾ ਹੈ। ਇਹ ਵਿਰੋਧਾਭਾਸ ਅਲੰਕਾਰ ਹੈ। ਉਪਮਾ, ਰੂਪਕ, ਦ੍ਰਿਸ਼ਟਾਂਤ, ਅਧਿਕਥਨੀ, ਇਸ ਪ੍ਰਕਾਰ ਹੋਰ ਵੀ ਕਈ ਪ੍ਰਸਿੱਧ ਅਲੰਕਾਰ ਹੁੰਦੇ ਨੇ। ਇੱਕ ਵਿਰੋਧਭਾਸ਼ੀ ਅਲੰਕਾਰ ਦੀ ਉਦਾਹਰਨ ਇੱਥੇ ਆਪ ਨੂੰ ਦਿੱਤੀ ਗਈ ਹੈ। ਹੋਰ ਵੀ ਇਸ ਪ੍ਰਕਾਰ ਦੇ ਅਲੰਕਾਰ ਨੇ, ਅਤੇ ਅਲੰਕਾਰ ਦਾ ਕੰਪਲੀਟ ਟੌਪਿਕ ਹੈ ਜਿਹੜਾ ਇਸ ਚੈਨਲ ਦੇ ਉੱਪਰ ਵੀ ਅਵੇਲੇਬਲ ਕਰਵਾਇਆ ਗਿਆ, ਉਹ ਜ਼ਰੂਰ ਦੇਖ ਲੈਣਾ, ਉਸ ਨੂੰ ਸਮਝ ਲੈਣਾ, ਕਿਉਂਕਿ ਉਸ ਦੇ ਰਾਹੀਂ ਆਪ ਨੂੰ ਪਤਾ ਚੱਲੇਗਾ ਕਿ ਅਲੰਕਾਰ ਕੀ ਹੁੰਦੇ ਨੇ ਅਤੇ ਉਹਨਾਂ ਦੀ ਪਹਿਚਾਣ ਕਿਵੇਂ ਕਰੀਏ। ਅਤੇ ਆਪਦੇ ਸਿਲੇਬਸ ਦੇ ਅੰਦਰ ਇਹ ਪੁਆਇੰਟ ਦੇ ਤੌਰ 'ਤੇ ਵੀ ਦਿੱਤੇ ਗਏ ਨੇ। ਪਰ ਕਵਿਤਾ ਦੇ ਇਸ ਕਾਵਿ ਟੋਟੇ ਤੋਂ ਸੰਬੰਧਿਤ ਵੀ ਅਲੰਕਾਰ ਪੁੱਛਿਆ ਜਾ ਸਕਦਾ ਹੈ, ਤਾਂ ਇਸ ਦੇ ਲਈ ਵੀ ਤੁਸੀਂ ਤਿਆਰ ਰਹਿਣਾ। ਮੈਂ ਜਿੱਥੇ ਹੀ ਆਪ ਨੂੰ ਇਹ ਇੱਕ ਇੱਕ ਟੌਪਿਕ ਸਮਝਾ ਰਿਹਾ, ਉੱਥੇ ਇਹ ਕੋਸ਼ਿਸ਼ ਵੀ ਕਰ ਰਿਹਾ ਕਿ ਹਰ ਇੱਕ ਟੌਪਿਕ ਦੇ ਬਾਰੇ ਦੱਸਾਂ, ਤਾਂ ਕਿ ਆਪ ਪਹਿਲੇ ਤੋਂ ਉਸ ਚੀਜ਼ ਦੇ ਲਈ ਅਲਰਟ ਰਹੋ ਕਿ ਆਪ ਨੂੰ ਕਿਸ ਪ੍ਰਕਾਰ ਦਾ ਪ੍ਰਸ਼ਨ ਮਿਲ ਸਕਦਾ ਹੈ ਜਾਂ ਕਿੱਦਾਂ ਦੇ ਪ੍ਰਸ਼ਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਆਪਣਾ ਇਹ ਤਾਂ ਸੀ ਅਲੰਕਾਰ ਦੇ ਬਾਰੇ ਟੌਪਿਕ, ਜਿਸ ਦੇ ਅੰਦਰ ਆਪਾਂ ਕਵਿਤਾ ਦੇ ਅੰਦਰ ਕਵੀ ਜੋ ਅਲੰਕਾਰ ਵਰਤਦਾ ਹੈ ਉਸ ਦੇ ਬਾਰੇ ਦੇਖਿਆ। ਪਰ ਹੁਣ ਆਪਾਂ ਗੱਲ ਕਰਨੀ ਹੈ ਰਸ ਦੇ ਬਾਰੇ, ਕਿ ਰਸ ਅਸਲ ਦੇ ਅੰਦਰ ਹੈ ਕੀ, ਅਤੇ ਕਵਿਤਾ ਦੇ ਅੰਦਰ ਕਵੀ ਆਪਣੀ ਕਵਿਤਾ ਦੇ ਅੰਦਰ ਕਿਸ ਪ੍ਰਕਾਰ ਦੇ ਰਸ ਦੀ ਇੱਕ ਵਰਤੋਂ ਕਰਦਾ ਹੈ, ਅਤੇ ਉਸ ਦਾ ਪ੍ਰਭਾਵ ਪਾਠਕਾਂ ਦੇ ਉੱਪਰ ਜਾਂ ਫਿਰ ਸਰੋਤਿਆਂ ਦੇ ਉੱਪਰ ਕਿਵੇਂ ਪੈਂਦਾ ਹੈ। ਤਾਂ ਹੁਣ ਆਪਾਂ ਰਸ ਦੀ ਗੱਲ ਕਰਾਂਗੇ। ਕਵਿਤਾ ਵਿੱਚ ਰਸ ਇੱਕ ਹੋਰ ਜ਼ਰੂਰੀ ਤੱਤ ਹੈ, ਯਾਨੀ ਰਸ ਇੱਕ ਇੰਪੋਰਟੈਂਟ ਤੱਤ ਦੇ ਤੌਰ 'ਤੇ ਜਾਣਿਆ ਪਹਿਚਾਣਿਆ ਜਾਂਦਾ ਹੈ। ਮਨੋਭਾਵਾਂ ਦੇ ਪ੍ਰਸੰਗ ਵਿੱਚ ਅਸੀਂ ਇਹ ਵੇਖਿਆ ਹੈ ਕਿ ਜਦੋਂ ਮਨੋਭਾਵ ਪ੍ਰਬਲ ਹੋ ਜਾਂਦੇ ਹਨ ਤਾਂ ਰਸ ਦੀ ਦਸ਼ਾ ਤੱਕ ਪਹੁੰਚ ਜਾਂਦੇ ਨੇ। ਇਹ ਗੱਲ ਆਪਾਂ ਭਾਵ ਵਾਲਾ ਜਿਹੜਾ ਆਪਣਾ ਟੌਪਿਕ ਸੀ ਨਾ, ਉਸ ਦੇ ਅੰਦਰ ਆਪਾਂ ਗੱਲ ਕਰਕੇ ਆਏ ਹਾਂ ਕਿ ਜਦੋਂ ਭਾਵ ਜਾਗਦੇ ਨੇ, ਜਜ਼ਬੇ ਤਿੱਖੇ ਹੋ ਜਾਂਦੇ ਨੇ ਅਤੇ ਆਪਣਾ ਮਨ ਇੱਕ ਵਹਿਣ ਦੇ ਅੰਦਰ ਵਹਿਣ ਲੱਗਦਾ ਹੈ, ਤਾਂ ਉਹ ਰਸ ਤੱਕ ਪਹੁੰਚ ਜਾਂਦਾ ਹੈ। ਰਸ ਤੱਕ ਲਿਜਾਣ ਵਾਲੇ ਸਾਡੇ ਕੋਲ ਖਿਆਲ ਅਤੇ ਜਜ਼ਬੇ ਹੀ ਹੁੰਦੇ ਨੇ। ਜੇਕਰ ਆਪ ਦੇ ਇਹ ਗੱਲਾਂ ਸਮਝ 'ਚ ਆ ਗਈਆਂ ਤਾਂ ਸਮਝੋ ਕਿ ਇਸ ਸੰਬੰਧੀ ਪੁੱਛਿਆ ਜਾਣ ਵਾਲਾ ਹਰ ਇੱਕ ਪ੍ਰਸ਼ਨ ਹੈ ਜਿਹੜਾ ਉਹ ਆਪਦੀ ਪਹੁੰਚ ਦੇ ਅੰਦਰ ਹੋ ਜਾਏਗਾ, ਕਿਉਂਕਿ ਟੌਪਿਕ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਰੱਟੇ ਲਗਾਉਣ ਨਾਲ ਜਾਂ ਫਿਰ ਕੁਝ ਪ੍ਰਸ਼ਨਾਂ ਦੀ ਪ੍ਰੈਕਟਿਸ ਕਰਨ ਨਾਲ ਸੰਭਵ ਨਹੀਂ ਹੈ। ਹਾਂ, ਇਹ ਗੱਲ ਜ਼ਰੂਰੀ ਹੈ ਕਿ ਟੌਪਿਕ ਸਮਝਣ ਤੋਂ ਬਾਅਦ ਪ੍ਰਸ਼ਨਾਂ ਦੀ ਪ੍ਰੈਕਟਿਸ ਕੀਤੀ ਜਾਏ ਤਾਂ ਉਹ ਵਧੇਰੇ ਲਾਭਕਾਰੀ ਸਿੱਧ ਹੋਏਗੀ। ਸਾਹਿਤ ਵਿੱਚ ਪ੍ਰਗਟ ਭਾਵ ਦਸ਼ਾ ਦੀ ਪਰਪੱਕਤਾ ਹੀ ਰਸ ਦੀ ਦਸ਼ਾ ਹੈ। ਯਾਨੀ ਸਾਹਿਤ ਦੇ ਅੰਦਰ ਜੋ ਪ੍ਰਗਟਾਵੇ ਦਾ ਭਾਵ ਹੁੰਦਾ ਹੈ, ਉਸ ਦੀ ਅਸੀਂ ਪਰਪੱਕਤਾ ਨੂੰ ਹੀ ਅਸਲ ਦੇ ਅੰਦਰ ਰਸ ਦਾ ਨਾਮ ਦਿੰਦੇ ਹਾਂ। ਰਸ ਟੋਟਲ 9 ਨੇ ਸਾਹਿਤ ਦੇ ਅੰਦਰ, ਅਤੇ 9 ਰਸਾਂ ਦੇ ਬਾਰੇ ਆਪ ਦਾ ਇੱਕ ਸਿਲੇਬਸ ਦੇ ਅੰਦਰ ਟੌਪਿਕ ਵੀ ਹੈ, ਅਤੇ ਇਸ ਦੇ ਨਾਲ ਨਾਲ ਆਪ ਨੂੰ ਕਵਿਤਾ ਦੇ ਰਸ ਦੇ ਬਾਰੇ ਵੀ ਇਸ 2 ਨੰਬਰ ਯੂਨਿਟ ਦੇ ਅੰਦਰ ਵੀ ਪੁੱਛਿਆ ਜਾ ਸਕਦਾ ਹੈ। ਮਤਲਬ ਇਹ ਹੈ ਕਿ ਕਵਿਤਾ ਦੇ ਪੜ੍ਹਨ ਜਾਂ ਸੁਣਨ ਤੋਂ ਜਾਂ ਫਿਰ ਨਾਟਕ ਡਰਾਮਾ ਵੇਖਣ ਤੋਂ ਪਾਠਕਾਂ, ਸਰੋਤਿਆਂ ਜਾਂ ਦਰਸ਼ਕਾਂ ਦੇ ਭਾਵਾਂ ਅਤੇ ਜਜ਼ਬਿਆਂ ਨੂੰ ਹਿਲੋਰਾ ਦੇਣ ਵਾਲਾ ਜੋ ਵੀ ਸਾਹਿਤਕ ਸੂਝ ਸਵਾਦ ਮਹਿਸੂਸ ਹੁੰਦਾ ਹੈ, ਉਹ ਰਸ ਹੈ। ਸਾਹਿਤਕ ਰਸ ਦਾ ਸੰਬੰਧ ਸਾਡੇ ਮਨਾਂ ਨਾਲ ਹੈ। ਸਾਡੇ ਅੰਤਰਮਨਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਜਜ਼ਬੇ ਮੌਜੂਦ ਰਹਿੰਦੇ ਨੇ, ਪਰ ਉਹ ਆਮ ਤੌਰ 'ਤੇ ਸੁਸਤ ਅਤੇ ਸੁਪਤ ਅਵਸਥਾ ਵਿੱਚ ਹੀ ਟਿਕੇ ਰਹਿੰਦੇ ਨੇ। ਇਹ ਗੱਲ ਆਪਾਂ ਭਾਵ ਵਾਲੇ ਅਤੇ ਵਿਚਾਰ ਵਾਲੇ ਟੌਪਿਕਾਂ ਦੇ ਅੰਦਰ ਕਰਕੇ ਆਏ ਹਾਂ, ਕਿਉਂਕਿ ਕਵਿਤਾ ਦੇ ਜਿੰਨੇ ਵੀ ਇਹ ਤੱਤ ਨੇ, ਤੱਤ ਕਹਿ ਲਓ ਜਾਂ ਫਿਰ ਅੰਗ ਕਹਿ ਲਓ, ਇੱਕੋ ਹੀ ਗੱਲ ਹੈ। ਅਤੇ ਆਪਦੇ ਸਿਲੇਬਸ ਦੇ ਅੰਦਰ ਇਹਨਾਂ ਨੂੰ ਇਹ ਨਾਮ ਦਿੱਤੇ ਗਏ, ਜਿਵੇਂ ਸਿੱਖਿਆ ਹੈ, ਸੁਰ ਤਾਲ ਹੈ। ਇਹਨਾਂ ਨੂੰ ਮੈਂ ਸਮਝਾਇਆ ਵੀ, ਅਗਰ ਤੁਸੀਂ ਧਿਆਨ ਨਾਲ ਵੀਡੀਓ ਦੇਖੋਗੇ ਤਾਂ ਇਹ ਗੱਲ ਸਮਝ ਆ ਜਾਣਗੀ। ਇਸ ਤੋਂ ਬਾਅਦ 'ਚ ਵੀ ਮੈਂ ਇੱਕ ਰਿਵਾਈਜ਼ ਕਵਿਤਾ ਦੇ ਇਸ ਪਾਰਟ ਤੋਂ ਸੰਬੰਧਿਤ ਹੀ ਵੀਡੀਓ ਲੈ ਕੇ ਆ ਰਿਹਾ। ਉਸ ਦੇ ਅੰਦਰ ਆਪ ਨੂੰ ਇਹ ਗੱਲ ਹੋਰ ਸਪਸ਼ਟ ਹੋ ਜਾਏਗੀ, ਸਮਝ ਆ ਜਾਏਗੀ ਕਿ ਕਿਸ ਤਰੀਕੇ ਨਾਲ ਇਹ ਪੁਆਇੰਟ ਨੇ ਆਪਣੇ। ਪਰ ਕਵਿਤਾ, ਡਰਾਮਾ, ਫਿਲਮ ਆਦਿ ਦੇ ਵੇਖਣ ਸੁਣਨ ਕਰਕੇ ਜਦੋਂ ਇਹ ਜਜ਼ਬਾਤ ਉਤੇਜਿਤ ਹੁੰਦੇ ਹਨ ਤਾਂ ਸਾਡੇ ਦਿਲਾਂ 'ਤੇ ਛਾ ਜਾਂਦੇ ਨੇ। ਉਦੋਂ ਸਾਡਾ ਦਿਲ, ਦਿਮਾਗ ਇਹਨਾਂ ਜਜ਼ਬਿਆਂ ਨਾਲ ਇੱਕ ਸੁਰ ਹੋ ਜਾਂਦਾ ਹੈ ਅਤੇ ਅਸੀਂ ਜ਼ਿੰਦਗੀ ਦੀਆਂ ਔਕੜਾਂ ਅਤੇ ਕੁੜੱਤਨਾਂ ਨੂੰ ਭੁੱਲ ਕੇ ਇੱਕ ਅਲੌਕਿਕ ਸੂਝ ਸਵਾਦ ਦਾ ਅਨੁਭਵ ਕਰਦੇ ਹਾਂ। ਕਦੋਂ ਕਰਦੇ ਹਾਂ? ਜਦੋਂ ਅਸੀਂ ਉਸ ਰਸ ਦਾ ਆਨੰਦ ਮਾਣਦੇ ਹਾਂ। ਸਾਡਾ ਮਨ ਹੈ ਜਿਹੜਾ ਉਹ ਰਸ ਨਾਲ ਸਰਾਬੋਰ ਹੋ ਜਾਂਦਾ ਹੈ, ਤਾਂ ਫਿਰ ਅਸੀਂ ਆਪਣੇ ਭਾਵ ਭੁੱਲ ਜਾਂਦੇ ਹਾਂ ਅਤੇ ਉਸ ਕਵਿਤਾ ਦੇ ਭਾਵਾਂ ਦੇ ਵਹਿਣ ਦੇ ਅੰਦਰ ਵਗਣ ਲੱਗਦੇ ਹਾਂ।
क्योंकि कविता के जोड़े भाव होंगे ने वो सानू जिस दिशा के वाले लैके जाते हैं वो रस नू पैदा करने वाले होंगे ने। फिर रस दशा की पकड़ विच असी हसाउणी कविता नाल हसदे हाँ, करुणामई कविता दे नाल असी दुखी हो जाते हाँ, रोदनमई कविता दे नाल असी रोण लगदे हाँ ਅਤੇ इसे तरह के होर रोमांटिक दृश्यां नाल असी भावुक हो उठते हाँ। ये कविता के रस के कारण ही है। साडे विच ਅਤੇ ਸਾਹਿਤ ਦੇ ਪਾਤਰਾਂ ਵਿੱਚ ਕੋਈ ਵਿੱਥ ਨਹੀਂ ਰਹਿੰਦੀ। यानी ये कहिए कि कवि ने जो कविता लिखी ਜਾਂ ਫਿਰ ਸਾਹਿਤ ਦੇ ਕੋਈ ਪਾਤਰ ਨੇ ਜਿਹੜੇ ਵਰਤੇ ਨੇ ਸਾਹਿਤ ਰੂਪ ਦੇ ਅੰਦਰ, ਅਸੀਂ ਉਹਨਾਂ ਦੇ ਜਿਹੜੇ ਸੁੱਖ ਦੁੱਖ ਹੈ ਅਸੀਂ ਆਪਣੇ ਸੁੱਖ ਦੁੱਖ ਗਵਾ ਕੇ ਅਸੀਂ ਉਹ ਸੁੱਖ ਦੁੱਖਾਂ ਦੇ ਅੰਦਰ ਸ਼ਾਮਿਲ ਹੋ ਜਾਂਦੇ ਹਾਂ। ਵੈਸੇ ਪਹੁੰਚ ਹੀ ਅਸਲ ਦੇ ਅੰਦਰ ਜਿਹੜਾ ਕਵੀ ਕਰਨ ਦੇ ਅੰਦਰ ਕਾਮਯਾਬ ਹੁੰਦਾ ਹੈ ਉਹ ਕਵੀ ਅਖਵਾਉਂਦਾ ਹੈ। ਇਹ ਗੱਲ ਆਪਾਂ ਕਵੀ ਵਾਲੇ ਪਾਰਟ ਦੇ ਅੰਦਰ ਵੀ ਕਰਕੇ ਆਏ ਹਾਂ। ਅਸੀਂ ਤਾਂ ਉਹਨਾਂ ਨਾਲ ਇੱਕ ਮਿਕ ਹੋ ਜਾਂਦੇ ਹਾਂ। ਬਸ ਇਸ ਨੂੰ ਰਸ ਜਾਂ ਕਾਵੀ ਰਸ ਦਾ ਨਾਂ ਦਿੱਤਾ ਜਾਂਦਾ ਹੈ। ਯੂਰਪ ਦੇ ਵਿਦਵਾਨਾਂ ਨੇ ਇਸ ਦਾ ਤਰਜਮਾ ਇੱਕ ਹੋਰ ਵੀ ਕੀਤਾ ਹੈ ਜਿਸ ਨੂੰ ਐਸਥੈਟਿਕ ਇੰਜੋਇਮੈਂਟ ਵੀ ਆਪਾਂ ਕਹਿ ਦਿੰਦੇ ਹਾਂ। ਇਹ ਯੂਰਪ ਦੇ ਵਿਦਵਾਨਾਂ ਦੇ ਅਨੁਸਾਰ ਹੈ, ਪਰ ਆਪਾਂ ਨੂੰ ਇਸ ਦੇ ਅੰਦਰ ਕਵਿਤਾ ਦੇ ਤੱਤ ਦੇ ਰੂਪ ਦੇ ਅੰਦਰ ਹੀ ਪੁੱਛਣ ਜਾ ਰਿਹਾ ਹੈ। ਇੱਥੇ ਆਪ ਨੂੰ ਇੱਕ ਰਸ ਦੇ ਅਨੁਭੂਤੀ ਕਰਵਾਉਣ ਵਾਲੀ ਕਵਿਤਾ ਦੀਆਂ ਸਤਰਾਂ ਨੇ ਉਹ ਹੋਰ ਦੇਖਾਂਗੇ। ਕਵਿਤਾ ਵਿੱਚ ਰਸ ਕਈ ਤਰ੍ਹਾਂ ਦੇ ਹੁੰਦੇ ਨੇ, ਪਰ ਆਮ ਤੌਰ 'ਤੇ ਕਵਿਤਾ ਦੇ ਅੰਦਰ 9 ਰਸ ਮੰਨੇ ਜਾਂਦੇ ਨੇ। ਸ਼ਿੰਗਾਰ ਰਸ, ਹਾਰ ਰਸ, ਹਾਸ ਰਸ, ਹਸਾਉਣ ਵਾਲਾ, ਹਾਸਾ ਜਿਸ ਦਾ ਸਥਾਈ ਭਾਵ ਹੁੰਦਾ। ਸਥਾਈ ਭਾਵ ਜ਼ਰੂਰੀ ਯਾਦ ਕਰ ਲੈਣਾ। ਜਿੰਨੇ ਵੀ ਰਸ ਨੇ ਸਥਾਈ ਭਾਵ ਤੁਹਾਨੂੰ ਟੌਪਿਕ ਦੇ ਅੰਦਰ ਪੁੱਛ ਸਕਦੇ ਨੇ। ਸੰਭਾਵਨਾ ਹੈ ਕਿ 100% ਦੀ ਸਥਾਈ ਭਾਵ ਹੀ ਪੁੱਛੇਗਾ। ਕਰੁਣ ਰਸ, ਰੌਦਰ ਰਸ, ਵੀਰ ਰਸ, ਭਿਆਨਕ ਰਸ, ਅਦਭੁਤ ਰਸ, ਵਿਭਾਤ ਰਸ ਅਤੇ ਸ਼ਾਂਤ ਰਸ। ਇਹ 9 ਰਸ ਨੇ ਮੁੱਖ ਜੋ ਇੰਪੋਰਟੈਂਟ ਆਪਣੇ ਸਿਲੇਬਸ ਦੇ ਅੰਦਰ ਨੇ। 9 ਰਸ ਹੀ ਹੁੰਦੇ ਨੇ ਸਾਹਿਤ ਦੇ ਅੰਦਰ। ਹੁਣ ਇੱਥੇ ਕਰੁਣ ਰਸ ਦੀ ਇੱਕ ਵਰਨਗੀ ਹੈ ਜੋ ਕਿ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦੇ ਅੰਦਰੋਂ ਲਈ ਗਈ ਹੈ। ਇਸ ਨੂੰ ਦੇਖਾਂਗੇ ਤੇ ਆਪਾਂ ਦੇਖਾਂਗੇ ਕਿ ਕਿਵੇਂ ਸਾਡਾ ਮਨ ਕਰੁਣਾ ਦੇ ਨਾਲ ਭਰ ਜਾਂਦਾ ਹੈ। ਅੱਜ ਅੱਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ। ਇੱਕ ਰੋਈ ਸੀ ਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰੇ ਸ਼ਾਹ ਨੂੰ ਕਹਿਣ। ਵੇ ਦਰਦ ਮੰਦਾਂ ਦੇ ਦਰਦੀਆ ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਿਨਾਬ। ਤਾਂ ਇਹ ਕਰੂਣਾ ਨਾਲ ਵਿੰਨਣ ਵਾਲੀ ਕਵਿਤਾ ਹੈ ਜਿਹੜੀ ਮਿਤਵਾਰੀ ਕਾ ਹਿੰਦ ਦੀ ਅੰਮ੍ਰਿਤਾ ਪ੍ਰੀਤਮ ਦੀ ਇਹ ਰਚਨਾ ਹੈ ਜਿਸ ਦੇ ਅੰਦਰ ਸਾਨੂੰ ਕਰੂਣਾ ਰਸ ਦੀ ਅਨੁਭੂਤੀ ਹੋ ਰਹੀ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੂੰ ਇਸ ਕਾਵੀ ਬੰਦ ਦੇ ਅੰਦਰ ਰਸਾਂ ਦੇ ਬਾਰੇ ਪੁੱਛ ਸਕਦੇ ਨੇ। ਉਸ ਦਾ ਕਿਹੜਾ ਰਸ ਹੈ ਇਹ ਪੁੱਛਿਆ ਜਾ ਸਕਦਾ। ਕੋਈ ਸਤਰ ਦੇ ਕੇ ਪੁੱਛ ਸਕਦੇ ਨੇ। ਇਹ ਆਪਾਂ ਨੂੰ ਕਵਿਤਾ ਪੜ੍ਹਨ ਤੋਂ ਪਤਾ ਚੱਲ ਜਾਏਗਾ। ਮੈਨੂੰ ਆਸ ਹੈ ਕਿ ਆਪ ਨੂੰ ਜਿਹੜੇ ਇਹ ਕਵਿਤਾ ਦੇ ਤੱਤ ਮੈਂ ਦੋ ਤੱਤਾਂ ਦੇ ਰੂਪ ਦੇ ਅੰਦਰ ਆਪ ਨੂੰ ਸਮਝ ਆਏ ਹੋਣਗੇ। ਫਿਰ ਵੀ ਕਿੰਨੇ ਕੁ ਸਮਝ ਆਏ, ਕਿਹੋ ਜਿਹੇ ਲੱਗੇ, ਇੱਕ ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੇ ਵੀਡੀਓ ਦੇ ਅੰਦਰ ਹੋਰ ਇਸ ਨੂੰ ਵਧੇਰੇ ਸਰਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਮੇਰਾ ਉਦੇਸ਼ ਹੈ ਕਿ ਵਿਦਿਆਰਥੀਆਂ ਨੂੰ ਇੱਕ ਪੁਆਇੰਟ ਦੀ ਵਧੀਆ ਤਰੀਕੇ ਨਾਲ ਜਾਣਕਾਰੀ ਦੇਣਾ, ਉਹਨਾਂ ਨੂੰ ਪ੍ਰੀਖਿਆ ਦੇ ਅਨੁਕੂਲ ਬਣਾਉਣਾ। ਐਸੇ ਤਰੀਕੇ ਨਾਲ ਮਿਹਨਤ ਜਾਰੀ ਰੱਖੋ, ਲਗਾਤਾਰ ਚੈਨਲ 'ਤੇ ਬਣੇ ਰਹੋ। ਆਪ ਦੇ ਲਈ ਮੈਂ ਹਰ ਰੋਜ਼ ਕੋਈ ਨਾ ਕੋਈ ਵੀਡੀਓ ਲੈ ਕੇ ਹਾਜ਼ਰ ਹੁੰਦਾ ਰਹਾਂਗਾ। ਅਗਲੇ ਦਿਨ ਆਪਾਂ ਇੱਕ ਹੋਰ ਟੌਪਿਕ ਦੇ ਅੰਦਰ, ਇੱਕ ਨਵੇਂ ਵੀਡੀਓ ਦੇ ਅੰਦਰ, ਇੱਕ ਨਵੇਂ ਕਲਾਸ ਦੇ ਅੰਦਰ ਆਪਾਂ ਗੱਲ ਕਰਾਂਗੇ ਜਿਸ ਦੇ ਅੰਦਰ ਆਪਾਂ ਇੱਕ ਨਵਾਂ ਟੌਪਿਕ ਦੇਖਾਂਗੇ। ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।